हाँ जी प्यारे ਸਾਥੀਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ ਤੇ ਆਪਣੀ ਸੰਡੇ ਨੂੰ ਹੁੰਦੀ ਆ ਪੈਡਾਗੋਜੀ ਹਰ ਐਤਵਾਰ ਪੈਡਾਗੋਜੀ ਠੀਕ ਆ ਮੇਬੀ ਆਪਾਂ 7ਵੇਂ ਕਿ 8ਵੇਂ ਸੰਡੇ ਤੇ ਪਹੁੰਚ ਚੁੱਕੇ ਆ ਠੀਕ ਆ ਤੇ ਅੱਜ ਦੀ ਜਿਹੜੀ ਆਪਣੀ ਪੈਡਾਗੋਜੀ ਦੀ ਕਲਾਸ ਆ ਇਹਦੇ ਵਿੱਚ ਆਪਾਂ MCQ ਕਰਾਂਗੇ MCQ ਉਹ ਵਾਲੇ ਜਿਨ੍ਹਾਂ ਦੀ ਥਿਊਰੀ ਆਪਾਂ ਪਿਛਲੇ ਸੰਡਿਆਂ ਦੇ ਵਿੱਚ ਜਿਹੜਾ ਵਾ ਕਰ ਚੁੱਕੇ ਆ ਠੀਕ ਆ ਉਸ ਤੋਂ ਵੇਖੋ ਕਿ ਪਹਿਲਾ ਕੁਐਸਚਨ ਸਾਡੇ ਕੋਲ ਹੈਗਾ ਵਾ ਸਮਾਜਿਕ ਵਿਗਿਆਨ ਦੇ ਅਧਿਆਪਨ ਵਿੱਚ ਚਿੱਤਰ ਬੋਰਡ ਦਾ ਪ੍ਰਯੋਗ ਮਹੱਤਵਪੂਰਨ ਹੋਣ ਦਾ ਕਾਰਨ ਕੀ ਆ। ਵੇਖੋ ਚਿੱਤਰ ਬੋਰਡ ਜਿਹੜਾ ਵਾ ਇਹਦੇ ਵਿੱਚ ਦਿੱਤੇ ਗਏ ਬਿਰਤਾਂਤ ਦੀ ਚਰਚਾ ਨੂੰ ਅਸੀਂ ਜਿਹੜਾ ਵਾ ਪ੍ਰੋਤਸਾਹਿਤ ਕਰ ਸਕਦੇ ਹਾਂ ਠੀਕ ਹੈ। ਜਿਹੜਾ ਕਿਸੇ ਵੀ ਘਟਨਾ ਦਾ ਬਿਰਤਾਂਤ ਦਿੱਤਾ ਹੁੰਦਾ ਵਾ ਚਿੱਤਰ ਬੋਰਡ ਰਾਹੀਂ ਅਸੀਂ ਉਸ ਨੂੰ ਪ੍ਰੋਤਸਾਹਿਤ ਕਰ ਸਕਦੇ ਹਾਂ ਠੀਕ ਹੈ। ਇਹ ਕੁਐਸਚਨ ਜਿਹੜਾ CTET 20 ਸਤੰਬਰ 2015 ਵਾਲੇ ਪੇਪਰ 'ਚ ਜਿਹੜਾ ਸੀਗਾ ਇਹ ਕੁਐਸਚਨ ਆਇਆ ਸੀ ਠੀਕ ਆ। ਉਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਹੈਗਾ ਏ ਸਹੀ ਵਿਕਲਪ ਭਰੋ। ਗਿਆਨ ਅਤੇ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਸੰਕਲਪਨਿਕ ਸਾਧਨਾ ਵਿੱਚ ਸਮਾਂ ਰੇਖਾ ਸਾਰੰਸ਼ ਡੈਸ਼ ਅਤੇ ਡੈਸ਼ ਸ਼ਾਮਿਲ ਹੈ। ਬਹੁਤ ਇੰਪੋਰਟੈਂਟ ਕੁਐਸਚਨ ਆ ਠੀਕ ਆ। ਸਮਾਂ ਰੇਖਾ ਸਾਰੰਸ਼ ਵਾਲੇ ਕੁਐਸਚਨ ਸਾਨੂੰ ਬਹੁਤ ਆਉਂਦੇ ਹੁੰਦੇ ਆ। ਵੇਖੋ ਇਹਦੀ ਰਾਈਟ ਆਪਸ਼ਨ ਇਹਨਾਂ ਨੇ ਦਿੱਤੀ ਸੀ ਬੋਰਡ ਵਾਲਿਆਂ ਨੇ ਅਧਿਆਪਨ ਪ੍ਰਤੀਰੂਪਣ ਅਤੇ ਦੰਡ ਆਰੇਖ। ਜਿਹੜੀ CTET ਦੀ SST ਦੇ ਵਿੱਚ ਜਿਹੜੀ ਪੈਡਾਗੋਜੀ SST ਦੀ ਪੁੱਛੀ ਗਈ ਉਹ ਸਾਡੇ ਲਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ। ਇਹ ਕੁਐਸਚਨ CTET 20 ਸਤੰਬਰ 2015 ਦੇ ਵਿੱਚ ਪੁੱਛਿਆ ਗਿਆ ਸੀ। ਇਹਦੀ ਰਾਈਟ ਆਪਸ਼ਨ ਆਉਣੀ ਆ ਅਧਿਆਪਨ ਪ੍ਰਤੀਰੂਪਣ ਅਤੇ ਦੰਡ ਆਰੇਖ। ਉਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਹੈਗਾ ਆ ਸਮਾਜਿਕ ਸਮੱਸਿਆਵਾਂ ਦੀ ਸਮਝਦਾਰੀ ਨੂੰ ਵਿਕਸਿਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਸਭ ਤੋਂ ਉਚਿਤ ਕਿਹੜਾ ਹੈ। ਕੇਸ ਸਟੱਡੀ। ਗੱਲ ਕਿਹਦੀ ਹੋ ਰਹੀ ਆ ਸਮਾਜਿਕ ਸਮੱਸਿਆਵਾਂ ਦੀ ਗੱਲ ਹੋ ਰਹੀ ਆ। ਮੈਂ ਤੁਹਾਨੂੰ ਥਿਊਰੀ ਦੇ ਵਿੱਚ ਦੱਸਿਆ ਸੀਗਾ ਕਿ ਜਦੋਂ ਵੀ ਕਿਤੇ SST ਪੈਡਾਗੋਜੀ ਦੇ ਵਿੱਚ SST ਵਿਸ਼ੇ ਦੇ ਵਿੱਚ ਕਿਸੇ ਸਮੱਸਿਆਵਾਂ ਦੀ ਗੱਲ ਆ ਜੇ ਤੇ ਉੱਥੇ ਅਸੀਂ ਕੇਸ ਸਟੱਡੀ ਕਰਾਂਗੇ ਠੀਕ ਆ। ਅਗਲਾ ਕੁਐਸਚਨ ਹੈਗਾ ਵਾ ਜਦੋਂ ਤੁਸੀਂ ਅਧਿਆਪਕ ਨੂੰ ਇਤਿਹਾਸਿਕ ਸਮਾਰਕ ਦਿਖਾਉਂਦੇ ਹੋ ਉਦੋਂ ਤੁਸੀਂ ਕਿਹੜੇ ਸਰੋਤ ਰਾਹੀਂ ਲਿਖਣ ਲਈ ਪ੍ਰੇਰਿਤ ਕਰੋਗੇ। ਆਪਸ਼ਨ ਆਊਗੀ C ਪ੍ਰਾਥਮਿਕ ਸਰੋਤ। ਇਹ ਥਿਊਰੀ ਮੈਂ ਬਹੁਤ ਚੰਗੀ ਤਰ੍ਹਾਂ ਕਰਵਾ ਚੁੱਕੀ ਹਾਂ। ਜਿਨ੍ਹਾਂ ਬੱਚਿਆਂ ਨੇ ਨਹੀਂ ਦੇਖੀ ਜ਼ਰੂਰ ਦੇਖ ਕੇ ਆਉਣੀ ਆ ਠੀਕ ਹੈ। ਇੱਕ ਪ੍ਰਾਥਮਿਕ ਸਰੋਤ ਹੁੰਦੇ ਆ ਇੱਕ ਹੁੰਦੇ ਆ ਸੈਕੰਡਰੀ ਸਰੋਤ। ਪ੍ਰਾਥਮਿਕ ਸਰੋਤ ਉਹ ਹੁੰਦੇ ਆ ਮਤਲਬ ਕੋਈ ਵੀ ਇਤਿਹਾਸਿਕ ਬਿਲਡਿੰਗ ਹੈ ਨਾ ਜਿਹੜੀਆਂ ਸਾਡੀਆਂ ਇਤਿਹਾਸਿਕ ਇਮਾਰਤਾਂ ਜੇਕਰ ਅਸੀਂ ਸਿੱਧੀਆਂ ਜਾ ਕੇ ਬੱਚੇ ਨੂੰ ਉਹ ਦਿਖਾਤੀਆਂ ਉਹ ਕਿਹਦੇ ਵਿੱਚ ਆਊਗਾ ਪ੍ਰਾਥਮਿਕ ਸਰੋਤ। ਤੇ ਉਹ ਮੰਨ ਲਓ ਉਹਨਾਂ ਬਿਲਡਿੰਗ ਦੇ ਬਾਰੇ ਕੁਝ ਰਿਟਨ ਦੇ ਵਿੱਚ ਬੱਚੇ ਨੂੰ ਅਸੀਂ ਦੇਤਾ ਉਹ ਕਿਹਦੇ ਵਿੱਚ ਆਊਗਾ ਸੈਕੰਡਰੀ ਸਰੋਤ। ਮੰਨ ਲਓ ਤਾਜ ਮਹਿਲ ਆਪਾਂ ਬੱਚੇ ਨੂੰ ਦਿਖਾਇਆ ਜਾ ਕੇ ਉਹ ਕੀ ਹੋ ਗਿਆ ਪ੍ਰਾਥਮਿਕ ਸਰੋਤ। ਪਰ ਪ੍ਰਾਥਮਿਕ ਸਰੋਤ ਦੀ ਉੱਥੇ ਅਸੀਂ ਜਾ ਕੇ ਕੋਈ ਰਿਟਨ ਫਾਰਮ ਦੇ ਵਿੱਚ ਉਹਦਾ ਡਾਟਾ ਲਿਖ ਲਿਆ ਫਿਰ ਕਲਾਸ 'ਚ ਆ ਕੇ ਬੱਚੇ ਨੂੰ ਕਰਵਾਤਾ ਉਹ ਪ੍ਰਾਥਮਿਕ ਸਰੋਤ ਦੇ ਅੰਡਰ ਨਹੀਂ ਆਊਗਾ। ਉਹ ਕਿਹਦੇ ਅੰਡਰ ਚਲਾ ਜਾਊਗਾ ਉਹ ਸੈਕੰਡਰੀ ਸਰੋਤ ਦੇ ਅੰਡਰ ਜਿਹੜਾ ਵਾ ਚਲਾ ਜਾਊਗਾ ਠੀਕ ਆ। ਉਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਹੈਗਾ ਏ ਮੰਨ ਲਓ ਤੁਸੀਂ ਸ੍ਰੀਰੰਗਪਟਨਮ ਅਤੇ ਯੁੱਧ ਅਤੇ ਟਿੱਪੂ ਸੁਲਤਾਨ ਦੀ ਮੌਤ ਦੇ ਬਾਰੇ ਖਬਰ ਦੇਣ ਵਾਲੇ ਦੋ ਪੁਰਾਣੇ ਅਖਬਾਰ ਵੀ ਤੁਹਾਨੂੰ ਮਤਲਬ ਕਿ ਦੋ ਪੁਰਾਣੇ ਅਖਬਾਰ ਮਿਲਦੇ ਆ ਜਿਹਦੇ ਵਿੱਚ ਸ੍ਰੀਰੰਗਪਟਨਮ ਦੇ ਯੁੱਧ ਤੇ ਟਿੱਪੂ ਸੁਲਤਾਨ ਦੀ ਮੌਤ ਬਾਰੇ ਖਬਰ ਦਿੱਤੀ ਗਈ ਹੈ ਹਨਾ। ਕਹਿੰਦੇ ਇੱਕ ਅਖਬਾਰ ਬ੍ਰਿਟੇਨ ਦਾ ਹੈ ਦੂਜਾ ਮੈਸੂਰ ਦਾ। ਦੋਵਾਂ ਘਟਨਾਵਾਂ ਬਾਰੇ ਦੋਵਾਂ ਅਖਬਾਰਾਂ ਵਿੱਚ ਇੱਕ ਮੁੱਖ ਸੁਰਖੀ ਲਾਈਨ ਲਵੋ। ਕਲਾਸ 8ਵੀਂ ਦੀ ਇਤਿਹਾਸ ਦੀ ਪਾਠ ਪੁਸਤਕ ਵਿੱਚ ਇਹ ਕਾਰਜ ਸ਼ਾਮਿਲ ਕਰਨ ਦਾ ਕੀ ਕਾਰਨ ਹੈ ਠੀਕ ਆ। ਦੇਖੋ ਕੀ ਕਰ ਰਿਹਾ ਪਹਿਲਾਂ ਤਾਂ ਸਮਝੋ ਵੀ ਜਿਹੜਾ ਟੀਚਰ ਆ ਉਹ ਕਹਿੰਦਾ ਵੀ ਕਿ ਮਤਲਬ ਅਖਬਾਰ ਇੱਕ ਬ੍ਰਿਟੇਨ ਦਾ ਅਖਬਾਰ ਆ ਤੇ ਇੱਕ ਕਿੱਥੋਂ ਦਾ ਵਾ ਇੱਕ ਅਖਬਾਰ ਇਹਨਾਂ ਨੇ ਦੱਸਿਆ ਵਾ ਮੈਸੂਰ ਦਾ। ਦੋਵਾਂ ਦੇ ਵਿੱਚੋਂ ਮੇਨ ਹੈਡਲਾਈਨਸ ਲੈਣੀਆਂ। ਕਹਿੰਦੇ ਅਧਿਆਪਕ ਕਿਉਂ ਏਦਾਂ ਕਰਾ ਰਿਹਾ ਬੱਚਿਆਂ ਨੂੰ ਕਿਉਂਕਿ ਵਿਦਿਆਰਥੀਆਂ ਦੇ ਵਿਚਾਰਾਂ ਦੀ ਸ਼ਕਤੀ ਨੂੰ ਵਿਕਸਿਤ ਕਰਨਾ ਚਾਹੁੰਦਾ ਆ ਠੀਕ ਆ। ਮਤਲਬ ਕਿ ਜਦੋਂ ਉਹ ਅਖਬਾਰ ਦੇ ਵਿੱਚੋਂ ਹੈਡਲਾਈਨਸ ਲੈਣਗੇ ਹੈਡਲਾਈਨਸ ਲੈ ਕੇ ਤੇ ਉਸ ਟੌਪਿਕ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਇਹਦੇ ਨਾਲ ਉਹਨਾਂ ਦੀ ਵਿਚਾਰ ਸ਼ਕਤੀ ਜਿਹੜੀ ਆ ਉਹ ਤੇਜ਼ ਹੋਊਗੀ ਠੀਕ ਆ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ ਸਮਾਜਿਕ ਵਿਗਿਆਨ ਦੀਆਂ ਪਾਠ ਪੁਸਤਕਾਂ ਵਿੱਚ ਨਕਸ਼ਿਆਂ ਤੇ ਆਰੇਖਾਂ ਦਾ ਪ੍ਰਯੋਗ ਪ੍ਰਸੰਗਿਕ ਕਿਉਂ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ ਠੀਕ ਆ। ਵਿਸ਼ੇ ਨੂੰ ਸਪਸ਼ਟ ਕਰਨ ਲਈ ਹਮੇਸ਼ਾ ਹੀ ਨਕਸ਼ੇ ਤੇ ਆਰੇਖਾਂ ਦਾ ਜਿਹੜਾ ਪ੍ਰਯੋਗ ਕੀਤਾ ਜਾਂਦਾ। ਨਕਸ਼ੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਨਾ SST ਸਬਜੈਕਟ ਦੇ ਵਿੱਚ ਠੀਕ ਆ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ ਸਮਾਜਿਕ ਵਿਗਿਆਨ ਵਿੱਚ ਅਧਿਆਪਨ ਲਈ ਇਤਿਹਾਸਕ ਫਿਲਮਾਂ ਲਾਹੇਵੰਦ ਹਨ। ਇਤਿਹਾਸ ਦਾ ਸੰਜੀਵ ਚਿਤਰਨ ਪੇਸ਼ ਕਰਨ ਲਈ ਇੱਕ ਹੁੰਦਾ ਵਾ ਸੰਜੀਵ ਤੇ ਇੱਕ ਹੁੰਦਾ ਨਿਰਜੀਵ। ਇਹਨਾਂ ਵਿੱਚ ਤੁਸੀਂ ਫਰਕ ਪਤਾ ਨਾ ਤੁਹਾਨੂੰ ਫਰਕ ਪਤਾ ਨਾ ਇਹਨਾਂ ਵਿੱਚ। ਤੇ ਜਦੋਂ ਅਸੀਂ ਬੱਚੇ ਨੂੰ ਕੋਈ ਇਤਿਹਾਸਕ ਫਿਲਮ ਦਿਖਾਵਾਂਗੇ ਤੇ ਉਹ ਸਾਡੇ ਇਤਿਹਾਸ ਦਾ
ਸਾਡੇ ਅਤੀਤ ਦਾ ਸੰਜੀਵ ਚਿਤਰਨ ਜਿਹੜਾ ਵਾ ਉਹ ਪੇਸ਼ ਕਰ ਦਿੰਦੀ ਆ। ਠੀਕ ਆ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ ਗੋਲਾਕਾਰ ਆਰੇਖ ਉਪਯੋਗੀ ਹੈ ਸਮੱਗਰੀ ਦੇ ਸੰਬੰਧ ਵਿੱਚ ਕਿਸੇ ਇੱਕ ਮੁੱਲ ਨੂੰ ਪ੍ਰਦਰਸ਼ਿਤ ਕਰਨਾ। ਮਤਲਬ ਕੋਈ ਵੀ SST ਦੇ ਨਾਲ ਸੰਬੰਧਿਤ ਕੋਈ ਵੀ ਸਮੱਗਰੀ ਆ ਹਨਾ, ਚਾਹੇ ਚਾਰਟ ਬੋਰਡ ਆ, ਕੁਝ ਵੀ ਆ ਹਨਾ, ਉਹਦੇ ਵਿੱਚ ਕਿਸੇ ਇੱਕ ਮੁੱਲ ਨੂੰ ਪੇਸ਼ ਕੀਤਾ ਜਾ ਰਿਹਾ, ਉਹ ਹੁੰਦਾ ਵਾ ਗੋਲਾਕਾਰ ਆਰੇਖ। ਏਦਾਂ ਦਾ ਕੋਈ ਵੀ ਕੁਐਸਚਨ ਗੋਲਾਕਾਰ ਆਰੇਖ ਦੇ ਨਾਲ ਸੰਬੰਧਿਤ ਆ ਗਿਆ ਤੇ ਇੱਕ ਮੁੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਠੀਕ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ ਛੋਟੇ ਬੱਚੇ ਦੀ ਸਿੱਖਿਆ ਨੂੰ ਸਮਝਾਉਣ ਲਈ ਇੱਕ ਗ੍ਰਾਮੀਣ ਸਮੁਦਾਇ ਦੇ ਜੀਵਨ ਇਤਿਹਾਸ ਦਾ ਅਧਿਐਨ ਕਰਨਾ ਕਿਸ ਪ੍ਰਕਾਰ ਦੇ ਅੰਕੜੇ ਦਾ ਉਦਾਹਰਨ ਹੈ? ਪ੍ਰਾਇਮਰੀ ਅੰਕੜੇ। ਵੇਖੋ, ਜਦੋਂ ਅਸੀਂ ਛੋਟੇ ਬੱਚੇ ਦੀ SST ਦੀ ਗੱਲ ਕਰਾਂਗੇ ਗ੍ਰਾਮੀਣ ਸਮੁਦਾਇ ਦੇ ਵਿੱਚ ਰਹਿ ਕੇ, ਠੀਕ ਆ, ਰੂਰਲ ਏਰੀਆ ਦੇ ਵਿੱਚ ਰਹਿ ਕੇ, ਉਹ ਸਾਡਾ ਪ੍ਰਾਇਮਰੀ ਅੰਕੜਿਆਂ ਦੇ ਵਿੱਚ ਆਊਗਾ। ਪਰ ਜਦੋਂ ਅਸੀਂ ਕਿਸੇ ਵੱਡੇ ਬੱਚੇ ਦੀ ਗੱਲ ਕਰਾਂਗੇ ਤੇ ਉੱਥੇ SST ਸਿੱਖਿਆ ਦੀ ਗੱਲ ਆਊਗੀ ਤੇ ਉੱਥੇ ਆ ਜਾਊਗਾ ਸੈਕੰਡਰੀ ਅੰਕੜੇ। ਜਦੋਂ ਗੱਲ ਆ ਗਈ ਛੋਟੇ ਬੱਚੇ ਦੀ ਤੇ ਫਿਰ ਇੱਥੇ ਸਾਡਾ ਪ੍ਰਾਇਮਰੀ ਅੰਕੜੇ ਆਊਗਾ। ਠੀਕ ਆ। ਸਿਲੈਕਟਡ ਕੁਐਸਚਨ ਨੇ, ਆਉਣੇ ਹੀ ਆਉਣੇ ਆ, ਤੁਹਾਨੂੰ 3 ਤੋਂ 4 ਕੁਐਸਚਨ ਇਹਦੇ ਵਿੱਚੋਂ ਆਉਣੇ ਹੀ ਆਉਣੇ ਆ। ਠੀਕ ਹੈ ਜੀ। PDF ਤੁਹਾਨੂੰ ਮਿਲ ਜੂ ਟੈਲੀਗ੍ਰਾਮ ਤੇ। ਕਿਸੇ ਵਿਸ਼ੇਸ਼ ਖੇਤਰ ਵਿੱਚ ਸਾਲ ਵਿੱਚ ਆਉਣ ਵਾਲੇ ਬਦਲਾਅ ਪ੍ਰਦਰਸ਼ਿਤ ਕਰਨ ਲਈ ਨਿਮਨਲਿਖਤ ਵਿੱਚੋਂ ਕਿਹੜੀ ਸਹਾਇਕ ਸਮੱਗਰੀ ਉਪਲਬਧ ਹੈ? ਕੀ ਕਹਿੰਦੇ? ਕੰਧ, ਤਸਵੀਰ, ਬਾਰ ਡਾਇਗ੍ਰਾਮ ਬਹੁਤ ਜ਼ਿਆਦਾ ਇੰਪੋਰਟੈਂਟ ਆ। ਮਤਲਬ ਇੱਕ ਸਾਲ ਦੇ ਵਿੱਚ ਕਿਸੇ ਖੇਤਰ ਦੇ ਵਿੱਚ ਕੀ ਚੇਂਜ ਆਏ। ਮੰਨ ਲਓ ਜਿਵੇਂ ਮੇਰਾ ਪਿੰਡ ਆ ਹਨਾ, ਤੇ ਮਤਲਬ ਪਹਿਲਾਂ ਕੀ ਸੀਗਾ, ਗਲੀਆਂ ਕੱਚੀਆਂ ਸੀ, ਹੁਣ ਗਲੀਆਂ ਪੱਕੀਆਂ ਹੋ ਗਈਆਂ। ਮਤਲਬ ਅਲੱਗ-ਅਲੱਗ ਖੇਤਰ ਦੇ ਵਿੱਚ ਕੀ ਸਿੱਖਿਆ ਦੇ ਪ੍ਰਤੀ ਹੋ ਸਕਦਾ ਵਾ, ਕੁੜੀਆਂ ਦੀ ਐਜੂਕੇਸ਼ਨ ਪ੍ਰਤੀ ਹੋ ਸਕਦਾ ਵਾ ਹਨਾ, ਪੱਕੀਆਂ ਸੜਕਾਂ, ਹੋਰ ਗਲੀਆਂ ਨਾਲੀਆਂ ਬਾਰੇ ਹੋ ਸਕਦਾ ਵਾ। ਸੋ ਇੱਕ ਸਾਲ ਦੇ ਵਿੱਚ ਕਿਸੇ ਖੇਤਰ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਵਾ, ਜਦੋਂ ਇਸ ਚੀਜ਼ ਨੂੰ ਦਰਸਾਉਣਾ ਹੋਵੇ ਤੇ ਬਾਰ ਡਾਇਗ੍ਰਾਮ ਜਿਹੜੀ ਆ ਉਪਯੋਗ ਕੀਤੀ ਜਾਂਦੀ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਅਗਲਾ ਕੁਐਸਚਨ ਹੈਗਾ ਵਾ ਸਮਾਜਿਕ ਅਧਿਆਪਨ ਦੇ ਅੰਤਰਗਤ ਭੂਗੋਲ ਅਧਿਆਪਨ ਪ੍ਰਤੀ ਸਹਾਇਕ ਸਮੱਗਰੀ ਕਿਹੜੀ ਹੈ? ਜਦੋਂ ਜਿਓਗ੍ਰਾਫੀ ਦੀ ਗੱਲ ਆ ਜੂਗੀ, ਫਲੈਸ਼ ਕਾਰਡ, ਸਮਾਂ ਚਿੱਤਰ, ਇਹ ਤਾਂ ਅਸੀਂ ਇਤਿਹਾਸ ਲਈ ਵਰਤਾਂਗੇ ਨਾ, ਪਰ ਜਦੋਂ ਜਿਓਗ੍ਰਾਫੀ ਦੀ ਗੱਲ ਆ ਗਈ ਤਾਂ ਜਿਓਗ੍ਰਾਫੀ ਲਈ ਮੈਪ ਜਾਂ ਨਕਸ਼ੇ ਹੀ ਜਿਹੜੇ ਆ ਉਹ ਉਪਯੋਗੀ ਹੁੰਦੇ ਆ। ਠੀਕ ਆ। ਉਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਹੈਗਾ ਵਾ ਨਿਮਨਲਿਖਤ ਵਿੱਚ ਕਿਹੜੀ ਪਹੁੰਚ ਨੂੰ NCERT ਦੁਆਰਾ ਪ੍ਰਕਾਸ਼ਿਤ ਪਾਠ ਪੁਸਤਕ ਸਮਾਜਿਕ ਅਤੇ ਰਾਜਨੀਤਿਕ ਜੀਵਨ ਵਿੱਚ ਨਿਹਿਤ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਅਵਗਤ ਕਰਵਾਉਣ ਲਈ ਜ਼ਿਆਦਾ ਪ੍ਰਯੋਗੀ ਹੈ? ਕਹਾਣੀ ਬੋਰਡ। ਠੀਕ ਆ। ਮਤਲਬ ਕਿ ਜਿਹੜੀ ਸਾਡਾ NCERT ਆ ਉਹ ਕਹਾਣੀ ਬੋਰਡ ਤੇ ਜਿਹੜਾ ਵਾ ਜ਼ਿਆਦਾ ਫੋਕਸ ਕਰਦਾ ਵਾ ਜਦੋਂ ਰਾਜਨੀਤਿਕ ਜੀਵਨ ਬਾਰੇ ਪੜ੍ਹਾਉਣਾ ਹੋਵੇ ਬੱਚਿਆਂ ਨੂੰ। ਠੀਕ ਆ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਆ ਹੇਠਾਂ ਲਿਖੇ ਵਿੱਚੋਂ ਕਿਸ ਕਾਰਨ ਕਰਕੇ ਵਿਦਿਆਰਥੀ ਕਿਸ਼ੋਰਾਂ ਦੇ ਵਿਵਹਾਰ ਦੀ ਪ੍ਰਵਿਰਤੀ ਉੱਤੇ ਅਸਰ ਦੇ ਵਿਸ਼ੇ ਨੂੰ ਸਮਝਾਉਣ ਸਮਾਜਿਕ ਵਿਗਿਆਨ ਦੇ ਵਿਚਾਰਾਂ ਨੂੰ ਸਭ ਤੋਂ ਜ਼ਿਆਦਾ ਵਿਵਿਧਤਾ ਬਣਾਈ ਹੋਈ ਹੈ? ਪ੍ਰਾਥਮਿਕ ਸਰੋਤ। ਮਤਲਬ ਕਿ ਪ੍ਰਾਥਮਿਕ ਸਰੋਤ ਕਹਿੰਦੇ ਸਮਾਜਿਕ ਵਿਗਿਆਨ ਦੀ ਟੀਚਿੰਗ ਦੇ ਵਿੱਚ ਕਿਸ਼ੋਰ ਕਿਹੜੇ ਹੁੰਦੇ ਆ ਹਨਾ, ਕਿਸ਼ੋਰ ਪਤਾ ਨਾ, ਕਿਸ਼ੋਰ ਅਵਸਥਾ ਤੁਸੀਂ ਪੜ੍ਹਦੇ ਜਿਹੜੇ 12 ਤੋਂ ਲੈ ਕੇ 16, 17, 18 ਦੀ ਏਜ ਦੇ ਵਿੱਚ ਆਉਂਦੇ ਆ। ਇਹਨਾਂ ਬੱਚਿਆਂ ਨੂੰ ਅਸੀਂ ਕੋਈ ਵੀ ਸਮਾਜਿਕ ਦਾ ਕੋਈ ਵੀ ਵਿਸ਼ਾ ਪੜ੍ਹਾਉਣਾ, ਜਿਵੇਂ ਹਿਸਟਰੀ ਦਾ ਕੁਝ ਵੀ ਪੜ੍ਹਾਉਣਾ ਵਾ, ਤੇ ਪ੍ਰਾਥਮਿਕ ਸਰੋਤ ਜ਼ਿਆਦਾ ਜਿਹੜੇ ਆ ਵਰਤੋਂ ਵਿੱਚ ਆਉਂਦੇ ਆ। ਮਤਲਬ ਇਹਨਾਂ ਨੇ ਆਪਣੀ ਜ਼ਿਆਦਾ ਵਧੀਆ ਥਾਂ ਬਣਾਈ ਹੋਈ ਆ ਪ੍ਰਾਥਮਿਕ ਸਰੋਤਾਂ ਨੇ। ਕਿਤੇ ਵੀ ਬੱਚੇ ਨੂੰ ਕੋਈ ਬਿਲਡਿੰਗ, ਇਤਿਹਾਸਕ ਬਿਲਡਿੰਗ ਕੋਈ ਵੀ ਦਿਖਾ ਕੇ ਅਸੀਂ ਜਾ ਕੇ ਬੱਚੇ ਨੂੰ ਦਿਖਾ ਸਕਦੇ ਹਾਂ। ਠੀਕ ਆ। ਇਹ ਇਹਨਾਂ ਦਾ ਬਹੁਤ ਜ਼ਿਆਦਾ ਇੰਪੋਰਟੈਂਟ, ਜਿਵੇਂ ਹਿਸਟੋਰੀਕਲ ਟ੍ਰਿਪ ਬਣਾਏ ਜਾਂਦੇ ਆ ਸਕੂਲਾਂ ਦੇ ਵਿੱਚ। ਠੀਕ ਆ। ਵਿਭਿੰਨ ਦੇਸ਼ਾਂ ਵਿੱਚ ਭੂਮੀ ਉਪਯੋਗ ਨੂੰ ਦਰਸਾਉਣ ਲਈ ਨਿਮਨਲਿਖਤ ਵਿੱਚੋਂ ਕਿਹੜੀ ਅਧਿਆਪਨ ਸਮੱਗਰੀ ਉਪਯੋਗੀ ਹੋਵੇਗੀ? ਤੁਲਨਾਤਮਕ ਚਾਰਟ। ਵੇਖੋ, ਮੈਂ ਤੁਹਾਨੂੰ ਦੱਸਿਆ ਸੀ ਥਿਊਰੀ ਯਾਦ ਕਰੋ। ਹੁਣ ਜਿਨ੍ਹਾਂ ਬੱਚਿਆਂ ਨੇ ਤਾਂ ਥਿਊਰੀ ਕੀਤੀ ਆ ਉਹਨਾਂ ਨੂੰ ਪਤਾ ਵਾ। ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਦੇਸ਼ ਦੀ ਦੂਜੇ ਦੇਸ਼ ਦੇ ਨਾਲ ਤੁਲਨਾ ਕਰਨੀ ਜਾਂ ਇੱਕ ਸਟੇਟ ਦੀ ਦੂਜੀ ਸਟੇਟ ਦੇ ਨਾਲ ਤੁਲਨਾ ਕਰਨੀ, ਉਹਦੇ ਲਈ ਅਸੀਂ ਤੁਲਨਾਤਮਕ ਚਾਰਟ ਦੀ ਵਰਤੋਂ ਕਰਾਂਗੇ। ਠੀਕ ਆ। ਅਗਲਾ ਕੁਐਸਚਨ ਹੈਗਾ ਵਾ ਕਿਹੜੇ ਸੰਦਰਭ ਵਿੱਚ ਸਮਾਂ ਚਾਰਟ ਸਭ ਤੋਂ ਉਪਯੁਕਤ ਹੋਵੇਗਾ? ਕਿਸੇ ਰਾਜਵੰਸ਼ ਦਾ ਸਾਰਾਂਸ਼ ਪ੍ਰਸਤੁਤ ਕਰਨ ਲਈ। ਸਮਾਂ ਚਾਰਟ ਕੀ ਆ? ਮਤਲਬ ਇਹਦੀ ਐਗਜ਼ਾਮਪਲ ਕੀ ਆ? ਜਦੋਂ ਮੰਨ ਲਓ ਆਪਾਂ ਮੁਗਲ ਕਾਲ ਪੜ੍ਹਾਉਣਾ ਹਨਾ, ਉਹਨਾਂ ਦੇ ਕਿੰਨੇ ਸਮੇਂ ਆਪਾਂ ਨੂੰ ਪੜ੍ਹਨੇ ਪੈਂਦੇ, ਕਿੱਥੋਂ ਲੱਗ ਕੇ ਕਿੱਥੋਂ ਤੱਕ ਕਿਹਦਾ ਸਮਾਂ ਸੀ। ਫਿਰ ਜਦੋਂ ਆਪਾਂ ਦਿੱਲੀ ਸਲਤਨਤ ਪੜ੍ਹਦੇ ਹਾਂ ਉਹਦੇ ਵਿੱਚ ਵੀ ਇਸੇ ਹੀ ਕਰਕੇ ਤਾਂ ਕਿਹਾ ਗਿਆ ਕਿ ਸਮਾਂ ਚਾਰਟ ਲਈ ਸਭ ਤੋਂ ਉਪਯੋਗੀ ਕੀ ਆ? ਕਿਸੇ ਰਾਜਵੰਸ਼ ਦਾ ਸਾਰਾਂਸ਼ ਪ੍ਰਸਤੁਤ ਕਰਨ ਲਈ। 2013 ਵਾਲੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ, CTET ਦੇ ਵਿੱਚ।
ਉਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਹੈਗਾ ਵਾ, ਨਕਸ਼ੇ ਉੱਤੇ ਕਿਸੇ ਸਥਾਨ ਨੂੰ ਦਰਸਾਉਣਾ ਡੈਸ਼ ਸੰਬੰਧਿਤ ਹੈ ਸਕਿੱਲ ਨਾਲ। ਠੀਕ ਹੈ, ਨਕਸ਼ੇ ਉੱਤੇ ਕਿਸੇ ਸਥਾਨ ਨੂੰ ਆਪਾਂ ਦਰਸਾਵਾਂਗੇ ਮਤਲਬ ਇੱਕ ਸਕਿੱਲ ਆ। ਠੀਕ ਹੈ, ਜਿਵੇਂ ਪੰਜਾਬੀ ਭਾਸ਼ਾ ਨੂੰ ਪੜ੍ਹਨ ਲਈ, ਵਿਆਕਰਨ ਨੂੰ ਪੜ੍ਹਾਉਣ ਲਈ ਕੋਈ ਸਕਿੱਲ ਆ, ਐਵੇਂ ਹੀ ਜਿਓਗ੍ਰਾਫੀ ਜਾਂ SST ਦਾ ਵਿਸ਼ਾ ਪੜ੍ਹਾਉਣ ਲਈ ਨਕਸ਼ਿਆਂ ਦਾ ਪ੍ਰਯੋਗ ਕਰਨਾ ਵੀ ਤਾਂ ਇੱਕ ਸਕਿੱਲ ਆ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ, ਬੱਚਿਆਂ ਨੂੰ ਕਾਨੂੰਨ ਦਾ ਬਹੁਤ ਘੱਟ ਅਨੁਭਵ ਹੁੰਦਾ ਹੈ, ਇਸ ਲਈ ਕਾਨੂੰਨ ਤੇ ਚਰਚਾ ਕਰਦੇ ਸਮੇਂ ਜ਼ਰੂਰੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਉਦਾਹਰਨ ਦਿਓ। ਮਤਲਬ ਬੱਚਿਆਂ ਨੂੰ ਕਾਨੂੰਨ ਦਾ ਬਹੁਤ ਘੱਟ ਪਤਾ ਹੁੰਦਾ ਤੇ ਅਸੀਂ ਬੱਚੇ ਨੂੰ ਕਾਨੂੰਨ ਦਾ ਵਿਸ਼ਾ ਪੜ੍ਹਾਉਣਾ ਵਾ ਤੇ ਅਸੀਂ ਬੱਚਿਆਂ ਨੂੰ ਸਮਾਜ ਦੇ ਵਿੱਚੋਂ ਵੱਧ ਤੋਂ ਵੱਧ ਉਦਾਹਰਨਾਂ ਦੇ ਸਕਦੇ ਹਾਂ। ਠੀਕ ਹੈ, ਇਹ ਵੀ 2013 ਵਾਲੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀਗਾ। ਸਮਾਜਿਕ ਵਿਗਿਆਨ ਵਿੱਚ ਪਰਿਣਾਮ ਆਧਾਰਿਤ ਸਿਖਿਆਰਥੀ ਅਧਿਗਮ ਮਾਡਲ ਨਿਮਨਲਿਖਤ ਵਿੱਚੋਂ ਕਿਸ ਦੇ ਪ੍ਰਾਥਮਿਕ ਤੌਰ ਤੇ ਕੇਂਦਰਿਤ ਹੋਵੇਗਾ। ਕਹਿੰਦੇ ਅਧਿਗਮ ਉਦੇਸ਼, ਅਧਿਗਮ ਗਤੀਵਿਧੀਆਂ, ਰਚਨਾਤਮਕ ਅਤੇ ਸੰਕਲਿਤ ਆਕਲਨ ਵਿੱਚ, ਜਿੱਥੇ ਕਿ ਕ੍ਰੀਏਟੀਵਿਟੀ ਦੀ ਗੱਲ ਆ ਜੇ, ਜਿੱਥੇ ਉਦੇਸ਼ਾਂ ਦੀ ਗੱਲ ਆ ਜੇ, ਉੱਥੇ ਜਿਹੜਾ ਵਾ ਸਾਡੀ ਆਪਸ਼ਨ ਬਿਲਕੁਲ ਰਾਈਟ ਹੋ ਜਾਂਦੀ ਆ ਜਦੋਂ ਅਸੀਂ SST ਪੈਡਾਗੋਜੀ ਦੀ ਗੱਲ ਕਰਦੇ ਹਾਂ। ਠੀਕ ਆ, ਉਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਹੈਗਾ ਏ, ਮੌਸਮੀ ਉਪਕਰਨਾਂ ਦੁਆਰਾ ਮੌਸਮ ਸੰਬੰਧੀ ਸੂਚਨਾਵਾਂ ਇਕੱਤਰ ਕਰਨਾ। ਉਦਾਹਰਨ ਹੈ ਪ੍ਰਾਇਮਰੀ ਡਾਟਾ, ਪ੍ਰਾਥਮਿਕ ਅੰਕੜੇ। ਵੇਖੋ, ਜਦੋਂ ਅਸੀਂ ਬੱਚੇ ਨੂੰ ਕੋਈ ਵੀ ਕਲਾਈਮੇਟ ਤੇ ਵੈਦਰ ਦਾ ਵਿਸ਼ਾ ਬੱਚੇ ਨੂੰ ਪੜ੍ਹਾਉਣਾ ਤੇ ਅਸੀਂ ਬੱਚੇ ਨੂੰ ਕਹਾਂਗੇ ਕਿ ਤੁਸੀਂ ਆਪਣੇ ਖੇਤਰ ਦੇ ਵਿੱਚੋਂ ਮੌਸਮ ਦੇ ਨਾਲ ਸੰਬੰਧਿਤ ਘਟਨਾਵਾਂ ਦਾ ਵੇਰਵਾ ਇਕੱਠਾ ਕਰਕੇ ਲਿਆਓ, ਉਹ ਕਿਹਦੇ ਵਿੱਚ ਆਊਗਾ? ਪ੍ਰਾਇਮਰੀ ਡਾਟੇ ਦੇ ਵਿੱਚ ਆਊਗਾ, ਪ੍ਰਾਥਮਿਕ ਅੰਕੜਿਆਂ ਦੇ ਵਿੱਚ ਆਊਗਾ। ਇਹਦੀ ਸਾਰੀ ਥਿਊਰੀ ਮੈਂ ਕਰਵਾ ਚੁੱਕੀ ਹਾਂ, ਪਲੇਲਿਸਟ ਬਣੀ ਹੋਈ ਆ। ਠੀਕ ਆ, ਇਹ ਵਾਲੇ ਸੰਡੇ ਵਾਲੇ ਸੈਸ਼ਨ ਦੀ, ਸਾਰੇ ਸੰਡੇ ਦੀ, ਤੇ ਇਹ ਤੁਸੀਂ ਪਲੇਲਿਸਟ ਜ਼ਰੂਰ ਚੈੱਕ ਕਰਨੀ ਜਿਨ੍ਹਾਂ ਨੇ ਨਹੀਂ ਦੇਖੀ। ਨਕਸ਼ਿਆਂ ਨੂੰ ਸਮਝਣ ਲਈ ਸਰਵ ਵਿਆਪੀ ਭਾਸ਼ਾ ਨੂੰ ਸਮਝਿਆ ਜਾ ਸਕਦਾ ਹੈ। ਠੀਕ ਆ, ਕਹਿੰਦੇ ਨਕਸ਼ਿਆਂ ਨੂੰ ਰੂੜੀ ਚਿੰਨ੍ਹ, ਜਿਹੜੇ ਏਦਾਂ ਦਾ ਕਰਕੇ ਡਾਟ ਨਹੀਂ ਦਿੱਤੇ ਹੁੰਦੇ ਨਕਸ਼ਿਆਂ ਤੇ, ਉਹਨਾਂ ਨੂੰ ਰੂੜੀ ਚਿੰਨ੍ਹ ਕਹਿੰਦੇ ਆ। ਠੀਕ ਆ, ਧਿਆਨ ਦੇ ਵਿੱਚ ਰੱਖਿਓ, ਨਕਸ਼ਿਆਂ ਵਾਲਾ ਕਨਸੈਪਟ ਵੀ ਮੈਂ ਕਰਵਾ ਚੁੱਕੀ ਹਾਂ, ਉਹ ਹੁੰਦੇ ਆ ਰੂੜੀ ਚਿੰਨ੍ਹ। ਠੀਕ ਆ, ਰੂੜੀ ਚਿੰਨ੍ਹ ਜਿਹੜੇ ਨਕਸ਼ੇ ਦੇ ਦਿੱਤੇ ਹੋਣਗੇ ਫਿਰ ਹੀ ਅਸੀਂ ਸਮਝ ਪਾਵਾਂਗੇ ਕਿ ਇਹ ਨਕਸ਼ਾ ਸਾਨੂੰ ਕਿਸ ਟੌਪਿਕ ਤੇ ਵੱਲ ਲਿਜਾਣਾ ਚਾਹੁੰਦਾ। ਠੀਕ ਆ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ, ਸਮਾਜਿਕ ਵਿਗਿਆਨ ਦੇ ਅਧਿਆਪਨ ਵਿੱਚ ਗਲੋਬ ਦਾ ਪ੍ਰਯੋਗ ਕਿਉਂ ਜ਼ਰੂਰੀ ਆ। ਠੀਕ ਆ, ਜਦੋਂ ਅਸੀਂ ਗਲੋਬ ਦਾ ਪ੍ਰਯੋਗ ਕਰਦੇ ਹਾਂ ਤੇ ਵੇਖੋ ਦਿਨ ਰਾਤ ਨੂੰ ਦਰਸਾਉਣ ਲਈ ਵੀ ਹੋ ਸਕਦਾ, ਪ੍ਰਿਥਵੀ ਦਾ ਆਕਾਰ ਸਮਝਾਉਣ ਲਈ ਵੀ, ਜਲ ਦਾ ਅਨੁਪਾਤ ਦੱਸਣ ਲਈ ਵੀ। ਸੋ ਡੀ ਆਪਸ਼ਨ ਇਹਦੇ ਸਾਰਾ ਹੀ ਜਿਹੜਾ ਵਾ, ਡੀ ਆਪਸ਼ਨ ਇਹਦੀ ਰਾਈਟ ਆਉਣੀ। ਸੌਰੀ, ਮੈਂ ਹਾਈਲਾਈਟ ਕਰਨਾ ਭੁੱਲ ਗਈ। ਠੀਕ ਆ, ਡੀ ਆਪਸ਼ਨ ਜਿਹੜੀ ਹੈ ਇਹਦੀ ਰਾਈਟ ਆਉਣੀ ਹੈ। ਠੀਕ ਆ, ਉਸ ਤੋਂ ਬਾਅਦ ਸਮਾਜਿਕ ਵਿਗਿਆਨ ਦੇ ਕਿਸ ਵਿਸ਼ੇ ਵਿੱਚ ਸਰੋਤ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਰੋਤ, ਇਤਿਹਾਸ। ਜੇਕਰ ਸਾਡੇ ਇਤਿਹਾਸਕਾਰਾਂ ਨੇ ਸਾਡੇ ਸਾਹਮਣੇ ਇਤਿਹਾਸ ਪੇਸ਼ ਕੀਤਾ ਤੇ ਕਿਸੇ ਸਰੋਤ ਦੇ ਆਧਾਰ ਤੇ ਕੀਤਾ, ਉਹਨਾਂ ਨੂੰ ਸਰੋਤ ਮਿਲੇ, ਸਰੋਤਾਂ ਦੇ ਆਧਾਰ ਤੇ ਉਹਨਾਂ ਨੇ ਇਤਿਹਾਸ ਸਾਡੇ ਸਾਹਮਣੇ ਪੇਸ਼ ਕੀਤਾ। ਸੋ ਕਾਮਨ ਸੈਂਸ ਦੇ ਨਾਲ ਵੀ ਤੁਸੀਂ ਇਦਾਂ ਦੇ ਆਨਸਰ ਜਿਹੜੇ ਲਗਾ ਸਕਦੇ ਆ। ਸੋ ਜਦੋਂ ਗੱਲ ਆ ਜਾਏ ਕਿ ਸਮਾਜਿਕ ਵਿਗਿਆਨ ਦੇ ਕਿਸ ਵਿਸ਼ੇ ਵਿੱਚ ਸਰੋਤ ਵਿਧੀ ਦਾ ਪ੍ਰਯੋਗ ਹੁੰਦਾ, ਸੋ ਉਹ ਸਾਡਾ ਇਤਿਹਾਸ ਦਾ ਵਿਸ਼ਾ ਹੁੰਦਾ। ਠੀਕ ਹੈ, ਇਹ ਬਿਹਾਰ ਟੈਟ ਦੇ ਕੁਐਸਚਨ ਵਿੱਚ ਪੁੱਛਿਆ ਗਿਆ ਸੀ, ਸੀ ਟੈਟ ਦੇ ਕੁਐਸਚਨ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ, ਸਮਾਚਾਰ ਪੱਤਰ ਕਿਹੜੀ ਸਿੱਖਣ ਸਮੱਗਰੀ ਹੈ। ਦ੍ਰਿਸ਼ ਵਿਊ। ਠੀਕ ਹੈ, ਬਹੁਤੇ ਬੱਚੇ ਆਡੀਓ ਵਿਜ਼ੂਅਲ ਲਾ ਕੇ ਆਉਣਗੇ, ਨਹੀਂ, ਦ੍ਰਿਸ਼ ਵਿਊ ਆ। ਸਮਾਚਾਰ ਪੱਤਰ ਜਿਹੜਾ ਵਾ ਇੱਕ ਸਾਨੂੰ ਦ੍ਰਿਸ਼ ਜਿਹੜਾ ਵਾ ਦਿੰਦਾ ਵਾ, ਇੱਕ ਵਿਊ ਦੇ ਦਿੰਦਾ ਵਾ। ਠੀਕ ਆ, ਅਗਲਾ ਕੁਐਸਚਨ ਹੈਗਾ ਵਾ, ਪ੍ਰਾਥਮਿਕ ਸਰੋਤ ਅਤੇ ਸੈਕੰਡਰੀ ਸਰੋਤ ਵਿੱਚ ਅੰਤਰ ਕੀ ਆ। ਹੁਣ ਇਹਦੀ ਥਿਊਰੀ ਮੈਂ ਬਹੁਤ ਚੰਗੀ ਤਰ੍ਹਾਂ ਕਰਵਾਈ ਆ। ਪ੍ਰਾਥਮਿਕ ਸਰੋਤ ਵਿਅਕਤੀ ਦੇ ਸੂਚਨਾ ਕਾਲ ਤੋਂ ਲੈ ਕੇ ਅਤੇ ਅਧਿਆਪਨ ਕੀਤੇ ਜਾਣ ਵਾਲੇ ਵਿਚਾਰਾਂ ਨਾਲ ਡੂੰਘਾ ਸੰਬੰਧ ਰੱਖਦੇ ਹਨ। ਉਹ ਕਿਵੇਂ? ਕੋਈ ਬਿਲਡਿੰਗ ਦੇਖ ਕੇ ਆਏ ਤੇ ਰਿਟਨ ਦੇ ਵਿੱਚ ਉਹਦੀ ਜਾਣਕਾਰੀ ਇਕੱਠੀ ਕਰ ਲਈ। ਠੀਕ ਹੈ, ਇਸੇ ਹੀ ਕਰਕੇ ਪ੍ਰਾਥਮਿਕ ਸਰੋਤ ਤੇ ਅਧਿਆਪਨ ਕੀਤੇ ਜਾਣ ਵਾਲੇ ਵਿਚਾਰਾਂ ਵਿੱਚ ਇਸੇ ਹੀ ਕਰਕੇ ਦਾ ਡੂੰਘਾ ਸੰਬੰਧ ਬਣ ਜਾਂਦਾ। ਠੀਕ ਹੈ, ਅਗਲਾ ਕੁਐਸਚਨ ਹੈਗਾ ਵਾ, ਸਾਡੇ PSTET ਦੇ 2011 ਵਾਲੇ ਪੇਪਰ 'ਚ ਪੁੱਛਿਆ ਗਿਆ ਸੀਗਾ ਆਹ ਵਾਲਾ ਕੁਐਸਚਨ। ਠੀਕ ਹੈ, ਨੋਟ ਕਰਕੇ ਰੱਖ ਲਓ, ਰਿਪੀਟ ਹੋ ਸਕਦਾ। ਇੱਕ ਅਧਿਆਪਕਾ ਆਪਣੇ ਵਿਦਿਆਰਥੀਆਂ ਨੂੰ ਹੇਠ ਲਿਖਿਆ ਅਭਿਆਸ ਕਰਵਾਉਂਦੀ ਹੈ। ਮੰਨ ਲਓ ਤੁਸੀਂ ਖਾਨਾ ਬਦੋਸ਼ ਸਮੁਦਾਇ ਦੇ ਮੈਂਬਰ ਹੋ ਜੋ ਹਰ 3 ਮਹੀਨੇ ਬਾਅਦ ਆਪਣਾ ਰਹਿਣ ਦਾ ਸਥਾਨ ਬਦਲਦੇ ਹਨ। ਇਹ ਤੁਹਾਡੇ ਜੀਵਨ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕਰੇਗਾ। ਖਾਨਾ ਬਦੋਸ਼ ਵਾਲਾ ਚੈਪਟਰ ਕਰਵਾਇਆ ਨਾ ਮੈਂ ਤੁਹਾਨੂੰ NCERT 7th ਕਲਾਸ ਦੀ ਹਿਸਟਰੀ 'ਚ। ਹੁਣ ਜਿਨ੍ਹਾਂ ਨੇ ਕੀਤਾ ਹੋਊਗਾ ਉਹਨਾਂ ਨੂੰ ਪਤਾ ਹੋਊਗਾ। ਇਹ ਪੱਖ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਿਲ ਅਵਧਾਰਨਾ ਨੂੰ ਬਿਹਤਰ ਰੂਪ
ਬਿਹਤਰ ਰੂਪ ਨਾਲ ਸਮਝਣ ਲਈ ਨਵੀਆਂ ਪ੍ਰਸਥਿਤੀਆਂ ਨੂੰ ਖੁਦ ਤੇ ਰੱਖ ਕੇ ਸਹਾਇਤਾ ਕਰਨਗੇ। ਮਤਲਬ ਵੇਖੋ, ਜਦੋਂ ਅਸੀਂ ਬੱਚੇ ਨੂੰ ਕਵਾਂਗੇ ਵੀ ਜੇ ਮੰਨ ਲਓ ਤੁਸੀਂ ਇਸ ਸਥਿਤੀ ਦੇ ਵਿੱਚ ਹੁੰਦੇ ਰਹੇ ਤੁਸੀਂ ਕੀ ਕਰਦੇ, ਤੇ ਸਮਾਂ ਬਦਲਣ ਦੇ ਨਾਲ ਜੋ ਜੋ ਚੇਂਜ ਆਏ ਆ, ਬੱਚਾ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਜਿਹੜਾ ਵਾ ਆਪਣੇ ਵਿਚਾਰ ਦਊਗਾ। ਠੀਕ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ, ਮੌਖਿਕ ਇਤਿਹਾਸ ਨੂੰ ਲਿਖਣ ਲਈ ਨਿਮਨਲਿਖਤ ਕਿਹੜੀ ਸਰੋਤ ਸਮੱਗਰੀ ਨਹੀਂ ਹੈ। ਮਤਲਬ ਮੌਖਿਕ ਇਤਿਹਾਸ ਨੂੰ ਲਿਖਣਾ ਵਾ। ਵੇਖੋ, ਸੈਨਿਕ ਵਿਦਰੋਹ ਬਾਰੇ ਬ੍ਰਿਟਿਸ਼ ਸੈਨਿਕਾਂ ਦਾ ਮੌਖਿਕ ਵਰਣਨ ਅਸੀਂ ਬਿਲਕੁਲ ਕਰ ਸਕਦੇ ਹਾਂ, ਦੱਸ ਸਕਦੇ ਹਾਂ। ਅਸੀਂ 1857 ਈਸਵੀ ਦਾ ਵਿਦਰੋਹ ਸੈਨਿਕਾਂ ਬਾਰੇ ਮੌਖਿਕ ਰੂਪ ਦੇ ਵਿੱਚ ਦੱਸ ਸਕਦੇ ਹਾਂ। ਆਪਾਂ ਨੈਗੇਟਿਵ ਲੱਭਣੀ ਆ। ਬੀ ਹੈਗੀ ਆ ਉਸ ਵਿਅਕਤੀ ਦੀਆਂ ਵਿਚਾਰਧਾਵਾਂ ਜੋ ਵੰਡ ਸਮੇਂ ਭਾਰਤ ਤੋਂ ਪਾਕਿਸਤਾਨ ਗਿਆ ਸੀ। ਬਿਲਕੁਲ, ਜਿਹੜਾ ਕੋਈ ਵਿਅਕਤੀ ਵੰਡ ਸਮੇਂ ਇੱਧਰ ਉੱਧਰ ਚਲਾ ਗਿਆ, ਇੱਧਰਲੇ ਪੰਜਾਬ 'ਚ ਜਾਂ ਉੱਧਰਲੇ ਪੰਜਾਬ 'ਚ ਚਲਾ ਗਿਆ, ਉਹਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਜਿਹੜਾ ਮੌਖਿਕ ਇਤਿਹਾਸ ਰੂਪ ਆ ਉਹ ਇਕੱਠਾ ਕਰ ਸਕਦੇ ਹਨਾ। ਤੇ ਉਹਨਾਂ ਵਿਅਕਤੀਆਂ ਦੇ ਘਟਨਾ ਬਿਰਤਾਂਤ ਜਿਨ੍ਹਾਂ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ। ਅੱਜ ਵੀ ਕਈ ਬਜ਼ੁਰਗ ਸਾਡੇ ਹੈਗੇ ਆ ਜਿਹੜੇ ਉਸ ਸਮੇਂ ਨੂੰ ਬਹੁਤ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਮੌਖਿਕ ਰੂਪ ਵਿੱਚ ਰੱਖਦੇ ਆ। ਪਰ ਦੇਖੋ, ਇੱਕ ਵਿਦਵਾਨ ਜੋ ਵਰਤਮਾਨ ਸਿੱਖਿਆ ਦੀ ਵਿਵਸਥਾ ਗੱਲ ਕਰਦਾ ਹੈ, ਜਿਹੜਾ ਵਰਤਮਾਨ ਕੋਈ ਵਿਦਵਾਨ ਆ ਉਹ ਸਿੱਖਿਆ ਵਿਵਸਥਾ ਦੀ ਗੱਲ ਕਰਦਾ ਵਾ ਹਨਾ। ਮਤਲਬ ਕਿ ਉਹ ਅੱਗੇ ਜਾ ਕੇ ਕੋਈ ਏਦਾਂ ਦੀ ਸਿੱਖਿਆ ਵਿਵਸਥਾ ਨੂੰ ਲਾਗੂ ਕਰ ਸਕਦਾ ਰਿਟਨ ਫਾਰਮ ਦੇ ਵਿੱਚ। ਸੋ ਇਹ ਫਿਰ ਮੌਖਿਕ ਇਤਿਹਾਸ ਦੇ ਵਿੱਚ ਥੋੜੀ ਆਊਗਾ। ਸੀ ਆਪਸ਼ਨ ਜਿਹੜੀ ਇਹਦੀ ਬਿਲਕੁਲ ਰਾਈਟ ਆ। ਠੀਕ ਆ। ਸੋ ਇਹ ਸਾਰੇ ਦੇ ਸਾਰੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੇ, ਤੇ ਮੈਂ ਸੋਚਿਆ ਕਿ ਬੋਰਡ ਤੇ ਕਰਵਾਉਣ ਨਾਲੋਂ ਏਦਾਂ ਕਰਵਾ ਦਾਂ, ਤੁਹਾਡੇ ਸਮੇਂ ਦੀ ਬਚਤ ਹੋ ਜੂਗੀ। ਠੀਕ ਹੈ। ਤੇ ਇਹਦੀ PDF ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜੂਗੀ। ਤੇ ਅੱਜ ਮੈਂ ਤੁਹਾਨੂੰ ਪੜ੍ਹਾਇਆ ਫੁੱਲਾਂ ਦੇ ਕੋਲ ਬੈਠ ਕੇ। ਠੀਕ ਆ। ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।